ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਇਸ ਚੈਨਲ ਦੇ ਉੱਪਰ ਤੁਹਾਨੂੰ ਮਾਸਟਰ ਕੈਡਰ ਕੈਮਿਸਟਰੀ ਦੀ ਤਿਆਰੀ ਕਰਵਾਈ ਜਾ ਰਹੀ ਹੈ। ਠੀਕ ਹੈ ਜੀ, MCQ ਸੀਰੀਜ਼ ਚੱਲ ਰਹੀ ਹੈ। ਪਹਿਲਾ ਚੈਪਟਰ ਚੱਲ ਰਿਹਾ ਹੈ ਦੈਟ ਇਜ਼ ਸੋਲਿਡ ਸਟੇਟ। ਠੀਕ ਹੈ, ਅੱਜ ਡੇ 4 ਹੈ ਜੀ ਸੋਲਿਡ ਸਟੇਟ ਦਾ। ਲੈਟ ਅਸ ਡਿਸਕਸ ਕਰਦੇ ਹਾਂ ਜੀ ਅੱਜ ਦਾ ਟੌਪਿਕ ਡਿਸਕਸ ਦੈਟ ਇਜ਼ ਮੈਥਮੈਟੀਕਲ ਐਨਾਲਿਸਿਸ ਆਫ ਕਿਊਬਿਕ ਸਿਸਟਮ ਐਂਡ ਬ੍ਰੈਗਸ ਇਕੁਏਸ਼ਨ। ਅੱਜ ਥੋੜ੍ਹੇ ਨੂਮੈਰੀਕਲਸ ਰਹਿਣਗੇ। ਠੀਕ ਹੈ, ਤੇ ਇਹ ਕਾਫੀ ਇੰਪੋਰਟੈਂਟ ਨੂਮੈਰੀਕਲਸ ਨੇ, ਸੋ ਸਾਰੇ ਨੂਮੈਰੀਕਲਸ ਨੂੰ ਤੁਸੀਂ ਧਿਆਨ ਨਾਲ ਦੇਖਿਓ। ਚਲੋ ਜੀ, ਫਸਟ ਕੁਐਸਚਨ ਹੈ ਸਾਡਾ ਦ ਫਾਰਮੂਲਾ ਫॉर ਡਿਟਰਮੀਨੇਸ਼ਨ ਆਫ ਡੈਂਸਿਟੀ ਆਫ ਯੂਨਿਟ ਸੈੱਲ ਇਜ਼। ਇਹਦਾ ਆਂਸਰ ਕੀ ਆਏਗਾ? ਇਹਨਾਂ ਨੇ ਜਸਟ ਫਾਰਮੂਲਾ ਪੁੱਛਿਆ ਤੇ ਇਹਦਾ ਫਾਰਮੂਲੇ ਦਾ ਆਂਸਰ ਕੀ ਆ ਜਾਊਗਾ? ਡੈਂਸਿਟੀ ਦਾ ਫਾਰਮੂਲਾ ਪੁੱਛਿਆ, ਸੋ ਕਰੈਕਟ ਆਂਸਰ ਇਜ਼ ਬੀ। Next question, that is potassium fluoride has NaCl type structure. What is the distance between K positive and F negative ions if the cell edge is a centimeter? ਦੇਖੋ, ਅਗਰ ਐਗਜ਼ਾਮ ਦੇ ਵਿੱਚ ਐਵੇਂ ਦਾ ਕੁਐਸਚਨ ਆਉਂਦਾ ਤੁਹਾਨੂੰ, ਠੀਕ ਹੈ, ਤਾਂ ਤੁਸੀਂ ਕੀ ਕਰਨਾ? ਉਹਨਾਂ ਨੇ ਪੁੱਛਿਆ ਕਿ K ਪੋਜ਼ਿਟਿਵ ਤੇ F ਨੈਗੇਟਿਵ ਦੇ ਵਿੱਚ ਤੁਸੀਂ ਕੀ ਫਾਈਂਡ ਕਰਨਾ? ਡਿਸਟੈਂਸ। ਤਾਂ ਤੁਸੀਂ ਡਾਇਰੈਕਟ ਲਰਨ ਕਰ ਲਓ ਕਿ ਜੋ ਡਿਸਟੈਂਸ ਦਾ ਫਾਰਮੂਲਾ ਹੁੰਦਾ ਹੈ ਦੈਟ ਇਜ਼ ਇਕੁਅਲ ਟੂ ਹਾਫ ਇਨਟੂ ਲੈਂਥ। ਓਕੇ, ਜਿੰਨੀ ਵੀ ਤੁਹਾਨੂੰ ਦਿੱਤੀ ਹੋਈ ਹੈ ਲੈਂਥ ਆਫ ਐਜ। ਓਕੇ, ਆਈ ਥਿੰਕ ਹਾਫ ਇਨਟੂ ਲੈਂਥ ਆਫ ਐਜ ਕਿੰਨੀ ਗਿਵਨ ਹੈ ਸਾਨੂੰ? A ਸੈਂਟੀਮੀਟਰ, ਤਾਂ A ਆ ਜਾਊਗਾ। ਸੋ ਇਹਦਾ ਆਂਸਰ ਕਿੰਨਾ ਆ ਜਾਊ? ਦੈਟ ਇਜ਼ A/2। ਸੋ ਕਰੈਕਟ ਆਂਸਰ ਇਜ਼ A/2। ਸੋ ਨੈਕਸਟ ਕੁਐਸਚਨ ਹੈ ਸਾਡੇ ਕੋਲ ਦਾ ਐਨ ਐਲੀਮੈਂਟ ਅਕਰਿੰਗ ਇਨ ਦਾ BCC ਸਟਰਕਚਰ ਹੈਜ਼ 12.08 into 10⁻23 unit cells. The total number of atoms of the element in these cell will be. ਸੋ ਇਸ ਦਾ ਆਂਸਰ ਕੀ ਆਏਗਾ? ਉਹਨੇ ਕੀ ਕਿਹਾ ਕਿ ਇੱਕ ਐਲੀਮੈਂਟ ਹੈ, ਠੀਕ ਹੈ ਜੀ, ਐਲੀਮੈਂਟ ਹੈ ਜੋ BCC ਸਟਰਕਚਰ ਅਕਰ ਕਰਦਾ ਹੈ, ਠੀਕ ਹੈ, ਉਸ ਦੇ ਵਿੱਚ ਇੰਨੇ ਯੂਨਿਟ ਸੈਲਸ ਨੇ, ਤਾਂ ਤੁਸੀਂ ਟੋਟਲ ਨੰਬਰ ਆਫ ਐਟਮਸ ਕੱਢਣੇ ਨੇ। ਕੀ ਫਾਈਂਡ ਕਰਨੇ ਨੇ? ਟੋਟਲ ਨੰਬਰ ਆਫ ਐਟਮਸ। ਪਹਿਲਾਂ ਤਾਂ ਤੁਹਾਨੂੰ ਦੇਖੋ ਇਹ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ BCC ਯੂਨਿਟ ਸੈੱਲ ਜੇਕਰ ਇੱਕ ਸੈੱਲ ਹੈ, BCC ਦੇ ਵਿੱਚ ਕਿੰਨੇ ਕਿੰਨੇ ਐਟਮਸ ਹੁੰਦੇ ਨੇ? 2 ਐਟਮਸ ਆਰ ਦੇਅਰ। ਓਕੇ, ਤਾਂ ਅਸੀਂ ਕਿੰਨੇ ਯੂਨਿਟਸ? ਇੱਕ ਸੈੱਲ ਦੀ ਗੱਲ ਹੋ ਰਹੀ ਹੈ, BCC ਦੇ 1 ਯੂਨਿਟ ਸੈੱਲ ਦੀ ਗੱਲ ਹੋ ਰਹੀ ਹੈ, ਠੀਕ ਹੈ, 1 ਯੂਨਿਟ ਸੈੱਲ ਦੀ ਗੱਲ ਹੋ ਰਹੀ ਹੈ ਇਹ, ਠੀਕ ਹੈ ਜੀ। ਤੇ ਜੇਕਰ ਸਾਡੇ ਕੋਲ ਕਿੰਨੇ ਯੂਨਿਟ ਸੈਲਸ ਨੇ ਗਿਵਨ ਨੇ ਕਿ 12.08 ਇੰਟੂ 10 ਰੇਜ਼ ਟੂ ਪਾਵਰ ਕਿੰਨੇ ਨੇ ਸਾਡੇ ਕੋਲ? 23। ਬਸ ਇੰਨੇ ਤੁਸੀਂ ਯੂਨਿਟ ਸੈੱਲ ਦੇ ਵਿੱਚ ਪਤਾ ਕਰਨੇ ਨੇ ਕਿ ਕਿੰਨੇ ਐਟਮ ਨੇ। ਵੈਰੀ ਸਿੰਪਲ, ਇਹਨੂੰ 2 ਨਾਲ ਤੁਸੀਂ ਕੀ ਕਰ ਦੇਣਾ? ਮਲਟੀਪਲਾਈ ਕਰਕੇ ਜੋ ਆਂਸਰ ਤੁਹਾਡੇ ਕੋਲ ਆਏਗਾ ਦੈਟ ਇਜ਼ 24.16 ਇੰਟੂ 10 ਰੇਜ਼ ਟੂ ਪਾਵਰ 23। ਨੈਕਸਟ ਦੇਖੋ, ਫੋਰਥ ਕੁਐਸਚਨ ਹੈ ਇਫ ਐਨ ਐਟਮ ਇਜ਼ ਪ੍ਰੈਜ਼ੈਂਟ ਇਨ ਦ ਸੈਂਟਰ ਆਫ ਦ ਕਿਊਬ ਦ ਪਾਰਟੀਸਿਪੇਸ਼ਨ ਆਫ ਦੈਟ ਐਟਮ ਪਰ ਯੂਨਿਟ ਸੈੱਲ ਇਜ਼। ਦੇਖੋ, ਸੈਂਟਰ ਦੀ ਗੱਲ ਕਰ ਰਹੇ ਆ, ਸੈਂਟਰ ਦੇ ਵਿੱਚ ਤਾਂ ਕੌਣ ਹੁੰਦਾ? ਦੈਟ ਇਜ਼ BCC ਸਟਰਕਚਰ ਦੇ ਵਿੱਚ ਹੀ ਹੁੰਦਾ ਹੈ, ਠੀਕ ਹੈ ਨਾ। ਜੋ BCC ਸਟਰਕਚਰ ਹੁੰਦੀ ਹੈ, ਓਕੇ, ਉਹਦੇ ਜੋ ਸੈਂਟਰ ਦੇ ਵਿੱਚ ਹੁੰਦਾ ਹੈ ਦੈਟ ਇਜ਼ ਇੱਥੇ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ, ਤਾਂ ਸੈਂਟਰ ਵਾਲਾ ਤਾਂ ਸ਼ੇਅਰ ਕਰੂਗਾ ਨਹੀਂ, ਤਾਂ ਜੋ 8 ਕਾਰਨਰਸ ਵਾਲੇ ਐਟਮਸ ਹੋਣਗੇ ਉਹੀ ਸ਼ੇਅਰ ਕਰਦੇ ਨੇ, ਠੀਕ ਹੈ ਜੀ। ਸੋ ਇਹਦਾ ਆਂਸਰ ਕੀ ਆ ਜਾਊਗਾ? ਦੈਟ ਇਜ਼ ਫੋਰਥ ਦਾ B ਆਂਸਰ। BCC ਸਟਰਕਚਰ ਹੈਜ਼ ਅ 1 ਐਟਮ, ਓਨਲੀ 1 ਐਟਮ ਜੋ ਸ਼ੇਅਰ ਕਰਦਾ ਹੈ, ਠੀਕ ਹੈ ਜੀ, ਦੂਸਰੇ ਯੂਨਿਟ ਸੈਲਸ ਨਾਲ ਸ਼ੇਅਰਿੰਗ ਕਰਦਾ ਹੈ। ਨੈਕਸਟ ਇਜ਼ ਫਿਫਥ ਫॉर ਐਨ ਆਇਨਿਕ ਕ੍ਰਿਸਟਲ ਆਫ ਦਾ ਜਨਰਲ ਫਾਰਮੂਲਾ AX। ਕੋਈ ਕ੍ਰਿਸਟਲ ਹੈ, ਉਹਦਾ ਜਨਰਲ ਫਾਰਮੂਲਾ ਤੁਹਾਨੂੰ ਦਿੱਤਾ ਹੋਇਆ ਦੈਟ ਇਜ਼ AX ਐਂਡ ਕੋਆਰਡੀਨੇਸ਼ਨ ਨੰਬਰ ਵੀ ਦਿੱਤਾ ਹੋਇਆ ਦੈਟ ਇਜ਼ 6। ਕਹਿੰਦੇ ਵੈਲਿਊ ਆਫ ਰੇਡੀਅਸ ਰੇਸ਼ੋ ਵਿਲ ਬੀ। ਦੇਖੋ, ਇੱਥੋਂ ਕਿਵੇਂ ਆਈਡੀਆ ਤੁਹਾਨੂੰ ਲੱਗੂਗਾ? ਕੋਆਰਡੀਨੇਸ਼ਨ ਨੰਬਰ ਇੱਥੇ ਤੁਹਾਨੂੰ ਦਿੱਤਾ ਹੋਇਆ, ਇੱਥੋਂ ਹੀ ਤੁਸੀਂ ਆਈਡੀਆ ਲਗਾਉਣਾ ਹੈ। ਜਿਸ ਦਾ ਕੋਆਰਡੀਨੇਸ਼ਨ ਨੰਬਰ 6 ਹੁੰਦਾ ਹੈ, ਠੀਕ ਹੈ ਜੀ, ਉਹਦੀ ਸਟਰਕਚਰਲ ਅਰੇਂਜਮੈਂਟ ਕਿਵੇਂ ਦੀ ਹੁੰਦੀ ਹੈ? ਵੈਰੀ ਸਿੰਪਲ, ਦੈਟ ਇਜ਼ ਓਕਟਾਹੈਡਰਲ ਹੁੰਦੀ ਹੈ। ਓਕੇ ਜੀ, ਜਿਹਦੀ ਓਕਟਾਹੈਡਰਲ ਸਟਰਕਚਰ ਹੋਏਗੀ ਉਹਦਾ ਰੇਡੀਅਸ ਰੇਸ਼ੋ ਤੁਹਾਨੂੰ ਯਾਦ ਕਰਨਾ ਪਏਗਾ ਕਿੰਨਾ ਹੁੰਦਾ ਹੈਗਾ? 0.414 ਤੋਂ ਲੈ ਕੇ 0.732 ਤੱਕ ਹੁੰਦਾ ਹੈ, ਠੀਕ ਹੈ ਜੀ। ਸੋ ਇਹਨਾਂ ਨੇ ਪੁੱਛਿਆ ਕਿ ਇਹਦੀ ਰੇਸ਼ੋ ਜਿਹੜੀ ਹੈਗੀ ਹੈ ਕਿਹਦੇ ਬਿਟਵੀਨ ਰਹੇਗੀ? ਸੋ ਇਸ ਦਾ ਕਰੈਕਟ ਆਂਸਰ ਰਹਿ ਜਾਏਗਾ ਦੈਟ ਇਜ਼ B। ਓਕੇ, ਜੇਕਰ ਤੁਹਾਨੂੰ ਰੇਡੀਅਸ ਰੇਸ਼ੋ ਦੀ ਰੇਂਜ ਯਾਦ ਹੈ ਤਾਂ ਤੁਸੀਂ ਐਗਜ਼ੈਕਟਲੀ ਆਂਸਰ ਜਿਹੜਾ ਹੈ B ਲਗਾ ਦੋਗੇ ਉੱਥੇ। ਨੈਕਸਟ ਕੁਐਸਚਨ ਦੇਖੋ, ਸਿਕਸਥ ਕੁਐਸਚਨ ਦੈਟ ਇਜ਼ ਦ ਨੰਬਰ ਆਫ ਸਫੀਅਰਸ ਕੰਟੇਨ ਇਨ BCC ਐਂਡ ਇਨ FCC। ਵੈਰੀ ਸਿੰਪਲ ਕੁਐਸਚਨ, ਵੈਰੀ ਸਿੰਪਲ। ਇਹਦੇ ਵਿੱਚ ਕੀ ਹੈ? ਤੁਹਾਨੂੰ ਜਸਟ ਪੁੱਛਿਆ ਜਾ ਰਿਹਾ ਕਿ BCC ਦੇ ਵਿੱਚ ਕਿੰਨੇ ਨੰਬਰ ਆਫ ਸਫੀਅਰਸ ਹੁੰਦੇ ਨੇ ਐਂਡ FCC ਦੇ ਵਿੱਚ ਕਿੰਨੇ ਹੁੰਦੇ ਨੇ। ਸੋ ਸਭ ਨੂੰ ਪਤਾ ਹੈ ਕਿ ਜੋ BCC ਦੇ ਵਿੱਚ ਹੁੰਦੇ ਨੇ ਦੈਟ ਇਜ਼ 2 ਐਂਡ ਜੋ FCC ਦੇ ਵਿੱਚ ਹੁੰਦੇ ਨੇ ਦੈਟ ਇਜ਼ 4 ਸਫੀਅਰਸ ਆਰ ਦੇਅਰ।
Next is the seventh question. CSBR crystal has BCC structure. ਕਹਿੰਦੇ ਇਹਦੀ ਜਿਹੜੀ ਸਟਰਕਚਰ ਹੈ BCC ਸਟਰਕਚਰ ਹੈ। ਇਹਦੀ ਐਜ ਲੈਂਥ ਤੁਹਾਨੂੰ ਦਿੱਤੀ ਹੋਈ ਆ। ਇਹਦਾ ਤੁਸੀਂ ਸ਼ਾਰਟੈਸਟ ਇੰਟਰ ਆਇਨਿਕ ਡਿਸਟੈਂਸ ਪਤਾ ਕਰਨਾ ਹੈ। ਤੁਸੀਂ ਡਿਸਟੈਂਸ ਪਤਾ ਕਰਨਾ ਹੈ CS ਐਂਡ BR ਦੇ ਵਿਚਕਾਰ। ਠੀਕ ਹੈ, CS ਤੇ ਕਿਹੜਾ ਚਾਰਜ ਹੈ, ਦੈਟ ਇਜ਼ ਪੋਜ਼ਿਟਿਵ। ਇਸ ਤੇ ਕਿਹੜਾ ਚਾਰਜ ਹੈ, ਦੈਟ ਇਜ਼ ਨੈਗੇਟਿਵ। ਹੁਣੀ ਆਪਾਂ ਉੱਪਰ ਜਿਹੜਾ ਸੀਗਾ ਫਸਟ ਕੁਐਸਚਨ ਡਿਸਕਸ ਕੀਤਾ ਸੀ, ਮੈਨੂੰ ਤਾਂ ਲੱਗਦਾ ਉਹਦੇ ਨਾਲ ਸਿਮਿਲਰ ਹੀ ਹੈ। ਤਾਂ ਇਹਦੇ ਵਿੱਚ ਕੀ ਆਨਸਰ ਆ ਜਾਊਗਾ ਤੁਹਾਡਾ, ਤੁਸੀਂ ਕਿੱਦਾਂ ਕੱਢੋਗੇ, ਦੈਟ ਇਜ਼ ਹਾਫ ਇਨਟੂ, ਠੀਕ ਹੈ ਨਾ, ਐਜ ਲੈਂਥ। ਇੱਥੇ ਐਜ ਲੈਂਥ ਜੋ ਹੋਏਗੀ ਨਾ, ਇੱਥੇ ਐਜ ਲੈਂਥ ਜੋ ਹੋਏਗੀ ਦੈਟ ਇਜ਼ ਕਿੰਨੀ ਹੁੰਦੀ ਹੈ ਐਜ ਲੈਂਥ, ਇੱਥੇ ਅਸੀਂ ਡਾਇਗਨਲ ਦੀ ਗੱਲ ਕਰਾਂਗੇ। ਡਾਇਗਨਲ ਦੀ ਐਜ ਲੈਂਥ ਹੁੰਦੀ ਹੈ ਦੈਟ ਇਜ਼ √3 ਇੰਟੂ A। ਕਲੀਅਰ ਜੀ। ਤੇ ਹਾਫ ਦੈਟ ਇਜ਼ ਇਨਟੂ ਜੋ ਵੀ √3 ਦੀ ਵੈਲਿਊ ਹੈ, ਦੈਟ ਇਜ਼ A ਦੀ ਵੈਲਿਊ ਤੁਹਾਨੂੰ ਦਿੱਤੀ ਹੋਈ ਹੈ ਦੈਟ ਇਜ਼ 4.3। ਓਕੇ 4.3। ਤੁਸੀਂ ਇਹਨੂੰ ਕੀ ਕਰ ਲੈਣਾ ਗਾ, ਕੈਲਕੂਲੇਟ ਕਰ ਲੈਣਾ। ਕੈਲਕੂਲੇਟ ਕਰਕੇ ਤੁਹਾਡਾ ਆਨਸਰ ਆਏਗਾ ਦੈਟ ਇਜ਼ 3.72 ਐਂਗਸਟ੍ਰੋਮ। ਓਕੇ ਜੀ। ਸੋ ਫਾਰਮੂਲਾ ਉਹੀ ਲੱਗੇਗਾ ਜਦੋਂ ਵੀ ਤੁਹਾਨੂੰ ਐਜ ਲੈਂਥ ਬਾਰੇ ਜਦੋਂ ਵੀ ਤੁਹਾਨੂੰ ਡਿਸਟੈਂਸ ਬਾਰੇ ਪੁੱਛਿਆ ਜਾਂਦਾ, ਦੈਟ ਇਜ਼ ਹਾਫ ਇਨਟੂ ਦੈਟ ਇਜ਼ ਐਜ ਲੈਂਥ। ਓਕੇ, ਐਜ ਲੈਂਥ ਇੱਥੇ ਤੁਸੀਂ ਡਾਇਗਨਲ ਦੀ ਕੰਸੀਡਰ ਕਰਨੀ ਹੈ। ਠੀਕ ਹੈ ਜੀ। ਸੋ ਇਹਦਾ ਆਨਸਰ ਕਿੰਨਾ ਆ ਜਾਊਗਾ, ਦੈਟ ਇਜ਼ B ਇਜ਼ ਦਾ ਕਰੈਕਟ ਆਨਸਰ। ਨੈਕਸਟ ਦੇਖੋ 8th ਕੁਐਸਚਨ। ਇਨ octahedral ਹੋਲਸ, ਹੋਲਸ ਨੂੰ ਅਸੀਂ voids ਵੀ ਕਹਿ ਦਿੰਦੇ ਆ। ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਹੋਏਗਾ, octahedral voids ਦੇ ਵਿੱਚ ਇਹਦਾ ਕਿਹੜਾ ਆਨਸਰ ਕਰੈਕਟ ਹੈ। ਆਨਸਰ ਇਹਦਾ ਆ ਜਾਏਗਾ ਸਹੀ, ਦੈਟ ਇਜ਼ C, a bitriangular void surrounded by 6 spheres। octahedral holes ਦੀ ਗੱਲ ਹੋ ਰਹੀ ਹੈ ਤਾਂ 6 spheres ਦੇ ਨਾਲ ਜੋ void ਹੋਏਗੀ ਉਹ ਕਵਰ ਅਪ ਹੋਏਗੀ। ਨੈਕਸਟ ਹੈ 9th ਕੁਐਸਚਨ। ਬ੍ਰੈਗਸ ਲਾਅ ਪੁੱਛਿਆ ਗਿਆ। ਬ੍ਰੈਗਸ ਲਾਅ ਤੁਸੀਂ ਚਾਰਾਂ ਦੇ ਵਿੱਚੋਂ ਦੇਖਣਾ ਕਿ ਕਿਹੜਾ ਇਹਦੇ ਵਿੱਚੋਂ ਬ੍ਰੈਗਸ ਲਾਅ ਹੈਗਾ। ਸੋ 9th ਦਾ ਕਰੈਕਟ ਆਨਸਰ ਹੈਗਾ ਦੈਟ ਇਜ਼ B, n lambda is equal to 2d sin theta। this equation is called that is Bragg's law। next ਹੈਗਾ 10th question। the number of atoms in 100 gram of an FCC crystal with the density ਤੁਹਾਨੂੰ ਦਿੱਤੀ ਹੋਈ ਹੈ d is equal to 10 and cell is equal to this। ਦੇਖੋ ਇਹ ਵਾਲੇ ਕੁਐਸਚਨ ਨੂੰ ਕਿਵੇਂ ਕਰਾਂਗੇ ਅਸੀਂ, ਸਾਨੂੰ ਕੀ ਪੁੱਛਿਆ ਗਿਆ, ਦੇਖੋ ਤੁਹਾਨੂੰ ਨੰਬਰ ਆਫ ਐਟਮਸ ਜਿਹੜੇ ਨੇ ਇਨ 10 ਗ੍ਰਾਮ ਆਫ FCC ਕ੍ਰਿਸਟਲ ਵਿਦ ਡੈਂਸਿਟੀ ਦਿੱਤੀ ਹੋਈ ਹੈ। ਸੈੱਲ ਐਜ ਜੋ ਹੈ ਇਕੁਅਲ ਟੂ ਦਿੱਤਾ ਹੋਇਆ। ਤੁਹਾਨੂੰ ਨੰਬਰ ਆਫ ਐਟਮਸ ਪੁੱਛੇ ਜਾ ਰਹੇ ਨੇ। ਨੰਬਰ ਆਫ ਐਟਮਸ ਨੂੰ ਪਤਾ ਕਰਨ ਵਾਸਤੇ, ਠੀਕ ਹੈ ਜੀ, ਤੁਹਾਨੂੰ ਕੀ ਪਤਾ ਹੋਣਾ ਚਾਹੀਦਾ, ਸਭ ਤੋਂ ਪਹਿਲਾਂ ਤੁਹਾਨੂੰ M ਪਤਾ ਹੋਣਾ ਚਾਹੀਦਾ ਹੈ, ਕੈਪੀਟਲ M। ਠੀਕ ਹੈ, ਕੈਪੀਟਲ M ਦਾ ਜੋ ਫਾਰਮੂਲਾ ਹੁੰਦਾ, ਫਾਰਮੂਲਾ ਜੋ ਹੈ that is density into A ਦੀ cube, okay, into that is n node into 10 raised to power minus 30 over divided by Z। ਇਹ ਵਾਲਾ ਫਾਰਮੂਲਾ ਲਾ ਕੇ ਤੁਸੀਂ ਇਸ M ਨੂੰ ਕੱਢ ਸਕਦੇ ਹੋ, ਕਿਉਂਕਿ ਤੁਹਾਨੂੰ ਆਲਰੇਡੀ ਡੈਂਸਿਟੀ ਵੀ ਦਿੱਤੀ ਹੋਈ ਆ, n ਨੋਡ ਦੀ ਵੈਲਿਊ ਫਿਕਸ ਹੁੰਦੀ ਹੈ, ਤੁਹਾਨੂੰ A ਕਿਊਬ ਵੀ ਦਿੱਤਾ ਹੋਇਆ, ਠੀਕ ਹੈ, Z ਵੀ ਪਤਾ ਤੁਹਾਨੂੰ FCC ਦੇ ਵਿੱਚ 4 ਹੁੰਦਾ। ਸੋ ਸਾਰੀਆਂ ਵੈਲਿਊਜ਼ ਜਿਹੜੀਆਂ ਨੇ ਪੁੱਟ ਕਰ ਦਿਓ। ਪੁੱਟ ਕਰਕੇ ਜਿਹੜਾ M ਆਏਗਾ ਦੈਟ ਇਜ਼ ਇਕੁਅਲ ਟੂ 15.05। ਕੈਲਕੂਲੇਟ ਕਰਕੇ M ਦੇਖੋ, ਤੁਹਾਨੂੰ ਫਾਰਮੂਲਾ ਆਉਣਾ ਚਾਹੀਦਾ ਮੇਨ ਇੱਥੇ 15.05 ਆ ਜਾਏਗਾ। ਤੁਸੀਂ ਕੱਢਣਾ ਕੀ ਹੈ, ਨੰਬਰ ਆਫ ਐਟਮਸ। ਨੰਬਰ ਆਫ ਐਟਮਸ ਕਿੰਨੇ ਗ੍ਰਾਮ ਦੇ ਵਿੱਚ ਕੱਢਣੇ ਆ, 100 ਗ੍ਰਾਮਸ ਦੇ ਵਿੱਚ ਕੱਢਣੇ ਨੇ। ਤਾਂ ਨੰਬਰ ਆਫ ਐਟਮਸ ਇਨ 100 ਗ੍ਰਾਮ ਇਜ਼ ਇਕੁਅਲ ਟੂ, ਦੈਟ ਇਜ਼ ਇਕੁਅਲ ਟੂ ਵਟ, 6.02 ਇੰਟੂ 10 ਰੇਜ਼ ਟੂ ਪਾਵਰ 23। ਓਕੇ, ਓਵਰ ਕੀ ਆਏਗਾ M ਕਿੰਨਾ ਹੁਣੀ ਕੈਲਕੂਲੇਟ ਕੀਤਾ ਸੀ this, ਇਨਟੂ ਕਿੰਨਾ ਕਰ ਦੇਣਾ ਆਪਾਂ ਨੇ 100। ਇਹ ਕੀ ਹੈ, ਫਾਰਮੂਲਾ ਹੁੰਦਾ ਹੈ ਨੰਬਰ ਆਫ ਐਟਮਸ ਕੱਢਣ ਦਾ ਇਨ 100 ਗ੍ਰਾਮ। ਸੋ ਇਸ ਦਾ ਕਰੈਕਟ ਆਨਸਰ ਜਿਹੜਾ ਰਹੂਗਾ ਦੈਟ ਇਜ਼ ਇਕੁਅਲ ਟੂ A। ਇਹ ਦਾ ਕਰੈਕਟ ਆਨਸਰ ਹੈ। ਫਾਰਮੂਲਾ ਲਰਨ ਹੋਏਗਾ ਤਾਂ ਹੀ ਇਹਦੀ ਕੈਲਕੂਲੇਸ਼ਨ ਜਿਹੜੀ ਹੈ ਹੋ ਜਾਏਗੀ। 11th question ਦੇਖੋ, in the crystals of which of the following ionic compounds would you expect maximum distance between centers of the cations and anions। 11th ਦਾ ਜੋ ਆਨਸਰ ਆਏਗਾ, ਇਹਨਾਂ ਨੇ ਪੁੱਛਿਆ ਕਿ ਮੈਕਸਿਮਮ ਡਿਸਟੈਂਸ ਕਿਹਦੇ ਵਿੱਚ ਦਿਖਾਈ ਦੇਗਾ। ਮੈਕਸਿਮਮ ਡਿਸਟੈਂਸ ਜੋ ਹੈ ਇਹਦਾ ਕਰੈਕਟ ਆਨਸਰ ਆਏਗਾ ਦੈਟ ਇਜ਼ C, ਸ਼ੀਸ਼ੀਅਮ ਆਇਓਡਾਈਡ ਜੋ ਹੈ ਇਹਦਾ ਕਰੈਕਟ ਆਨਸਰ ਹੈਗਾ। ਇਹਦੇ ਵਿੱਚ ਮੈਕਸਿਮਮ ਡਿਸਟੈਂਸ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਠੀਕ ਹੈ ਜੀ, ਬਿਕੋਜ਼ CS ਪੋਜ਼ਿਟਿਵ ਐਂਡ I ਨੈਗੇਟਿਵ ਇਜ਼ ਦੇਅਰ। ਸੋ ਜਿੰਨਾ ਚਾਰਜ ਜਿਹੜਾ ਹੈ ਘੱਟ ਹੋਏਗਾ, ਠੀਕ ਹੈ ਨਾ, ਉਨਾ ਜ਼ਿਆਦਾ ਕੀ ਹੋਏਗਾ ਉਹਨਾਂ ਦੇ ਵਿਚਕਾਰ ਡਿਸਟੈਂਸ। the number of unit cells is 58.5 gram of NaCl is nearly। 12th ਕੁਐਸਚਨ ਪੁੱਛਿਆ ਗਿਆ ਕਿ ਤੁਸੀਂ ਕੀ ਦੱਸਣੇ ਨੇ, ਯੂਨਿਟ ਸੈੱਲ ਦੱਸਣੇ ਨੇ ਇੰਨੇ ਗ੍ਰਾਮ ਦੇ ਵਿੱਚ। ਠੀਕ ਹੈ ਜੀ, ਇੰਨੇ ਗ੍ਰਾਮ ਦੇ ਵਿੱਚ ਤੁਸੀਂ ਕੀ ਕਰਨਾ ਹੈ, ਇਹਨੂੰ ਇੱਕ ਮੋਲ ਮੰਨ ਲੈਣਾ। ਠੀਕ ਹੈ ਨਾ, ਦਿਸ ਇਜ਼ ਇਕੁਅਲ ਟੂ 1 ਮੋਲ।
ਦਿਸ ਵੈਲਿਊ ਇਜ਼ ਇਕੁਅਲ ਟੂ 1 ਮੋਲ। ਇਹ ਵੈਲਿਊ ਕਿਹਦੇ ਕੋਲ ਹੈ 1 ਮੋਲ ਦੇ। 1 ਮੋਲ ਕਿਹਦੇ ਕੋਲ ਹੁੰਦਾ ਦੈਟ ਇਜ਼ 6.02 ਇੰਟੂ 10 ਰੇਜ਼ ਟੂ ਪਾਵਰ 23 ਪਿੱਛੇ ਕੀ ਆ ਜਾਊਗਾ ਦੈਟ ਇਜ਼ NaCl ਯੂਨਿਟਸ। ਠੀਕ ਹੈ ਜੀ। ਇਹ ਕੀ ਹੈ ਕਿ 1 ਮੋਲ ਦੇ ਵਿੱਚ ਕਿੰਨੇ ਯੂਨਿਟ ਸੈਲਸ ਨੇਗੇ ਦੈਟ ਇਜ਼ 6.02 ਇੰਟੂ 10 ਰੇਜ਼ ਟੂ ਪਾਵਰ 23 ਨੂੰ 1 ਮੋਲ ਤੁਸੀਂ ਕੰਸੀਡਰ ਕਰ ਲਿਆ। ਠੀਕ ਹੈ। ਉਸ ਤੋਂ ਬਾਅਦ ਕੀ ਕਰਨਾ ਤੁਸੀਂ, ਤੁਹਾਨੂੰ ਪਤਾ ਹੈ ਕਿ 4 Na ਪੋਜ਼ੀਟਿਵ Cl ਨੈਗੇਟਿਵ ਯੂਨਿਟਸ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਇੱਕ ਯੂਨਿਟ ਸੈੱਲ ਬਣਦਾ ਹੈ। ਕਿੰਨੇ ਯੂਨਿਟ ਸੈੱਲ ਬਣਦੇ ਨੇ? ਇੱਕ ਯੂਨਿਟ ਸੈੱਲ ਬਣਦਾ ਹੈ। ਕਿੰਨੇ ਯੂਨਿਟ ਸੈੱਲ ਬਣਦੇ ਨੇ? ਇੱਕ ਯੂਨਿਟ ਸੈੱਲ। ਠੀਕ ਹੈ। ਤਾਂ ਨੰਬਰ ਆਫ ਯੂਨਿਟ ਸੈਲਸ ਕੱਢਣ ਵਾਸਤੇ ਤੁਸੀਂ ਉਹ ਜੋ ਉੱਪਰ ਅਸੀਂ ਡਿਸਕਸ ਕੀਤਾ ਸੀ ਕਿ 1 ਮੋਲ ਦੈਟ ਇਜ਼ ਦਿਸ ਡਿਵਾਈਡ ਕਰ ਦੇਣਾ ਤੁਸੀਂ ਡਿਵਾਈਡਡ ਬਾਏ 4। ਠੀਕ ਹੈ। ਤਾਂ ਕਿੰਨੇ ਯੂਨਿਟ ਸੈਲਸ ਬਣਨਗੇ ਇਹਨੂੰ ਇਹਦੇ ਨਾਲ ਡਿਵਾਈਡ ਕਰ ਦਿਓ। ਡਿਵਾਈਡ ਕਰਕੇ ਜੋ ਤੁਹਾਡਾ ਆਨਸਰ ਹੋਊਗਾ ਦੈਟ ਇਜ਼ C 1.5 ਇੰਟੂ 10 ਰੇਜ਼ ਟੂ ਪਾਵਰ 23। ਨੈਕਸਟ ਕੁਐਸਚਨ ਦੇਖੋ ਦੈਟ ਇਜ਼ ਹਾਊ ਮੈਨੀ ਯੂਨਿਟ ਸੈਲਸ ਆਰ ਪ੍ਰੈਜ਼ੈਂਟ in a cube shaped ideal crystal of NaCl of mass 1.00 gram atomic masses ਤੁਹਾਨੂੰ ਦਿੱਤੇ ਹੋਏ ਨੇ। ਠੀਕ ਹੈ ਜੀ। ਇਹ ਤੁਸੀਂ ਖੁਦ ਜਿਹੜਾ ਹੈ ਕੁਐਸਚਨ ਕਰਕੇ ਦੇਖਣਾ। ਇਹਦਾ ਆਨਸਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਦੈਟ ਇਜ਼ A ਦਾ ਆਨਸਰ ਰਹੇਗਾ। ਤੁਸੀਂ ਖੁਦ ਇਹਨੂੰ ਸੋਲਵ ਕਰਨਾ ਕੁਐਸਚਨ ਨੂੰ। 14 ਹੈਗਾ ਇਨ ਦ ਬ੍ਰੈਗਸ ਇਕੁਏਸ਼ਨ ਫॉर ਡਾਇਫਰੈਕਸ਼ਨ ਆਫ ਐਕਸ-ਰੇਜ਼ n ਰਿਪਰੈਜ਼ੈਂਟ ਫॉर। ਜੋ ਬ੍ਰੈਗਸ ਇਕੁਏਸ਼ਨ ਆਉਂਦੀ ਹੈ ਨਾ n ਲੈਮਡਾ ਇਜ਼ ਇਕੁਅਲ ਟੂ ਹੈ ਨਾ, ਤਾਂ ਉੱਥੇ ਇਹਨਾਂ ਨੇ ਪੁੱਛਿਆ ਹੈ ਕਿ ਜੋ n ਹੁੰਦਾ ਹੈ ਨਾ n lambda is equal to 2d sin theta that is n lambda is equal to 2d sin theta। ਇੱਥੇ ਤੁਹਾਨੂੰ ਪੁੱਛ ਰਿਹਾ ਹੈ ਕਿ ਜੋ n ਹੁੰਦਾ ਹੈ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ, ਤਾਂ ਤੁਸੀਂ 14 ਦਾ ਆਨਸਰ ਦੇਣਾ ਹੈ ਦੈਟ ਇਜ਼ ਸਿੰਪਲੀ ਐਨ ਇੰਟੀਜਰ। ਠੀਕ ਹੈ ਜੀ। ਇਹ ਇੱਕ ਇੰਟੀਜਰ ਹੁੰਦਾ ਹੈ। ਯੂ ਕੈਨ ਸੇ ਦਾ ਵੈਲਿਊ ਕੀ ਹੋ ਸਕਦੀ ਹੈ 1 2 3 4 ਇੰਟੀਜਰ ਦੀ ਫਾਰਮ ਦੇ ਵਿੱਚ ਹੀ ਇਹਦਾ ਆਨਸਰ ਆਏਗਾ। ਸੋ ਇੰਟੀਜਰ ਹੁੰਦਾ ਹੈ। ਨੈਕਸਟ ਦੇਖੋ ਇਨ FCC cell an atom at the face contributes to the unit cell। ਕਹਿੰਦੇ ਜੋ FCC ਦੇ ਵਿੱਚ ਜੋ ਐਟਮ ਹੁੰਦਾ ਹੈਗਾ ਫੇਸ ਕੰਟਰੀਬਿਊਟਸ ਟੂ ਦਾ ਯੂਨਿਟ ਸੈੱਲ। ਤਾਂ ਉਹਦੇ ਵਿੱਚ ਕੀ ਹੁੰਦਾ FCC ਦੇ ਵਿੱਚ ਦੇਖੋ ਜਿਹੜੇ ਕਾਰਨਰ ਵਾਲੇ ਐਟਮ ਹੁੰਦੇ ਨੇ। ਠੀਕ ਹੈ। ਕਾਰਨਰ ਵਾਲੇ ਐਟਮ ਕਿੰਨਾ ਸ਼ੇਅਰ ਕਰਦੇ ਨੇ 1/8 ਹੈ ਨਾ, ਤੇ ਜਿਹੜੇ ਫੇਸਿਸ ਦੇ ਉੱਤੇ ਫੇਸਿਸ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ ਉਹ ਕਿੰਨਾ ਸ਼ੇਅਰ ਕਰਦੇ ਨੇ ਦੈਟ ਇਜ਼ 1/2। ਇਹਨਾਂ ਨੇ ਸਾਨੂੰ ਕਿਹੜਾ ਪੁੱਛਿਆ ਕੁਐਸਚਨ ਦੈਟ ਇਜ਼ ਕੁਐਸਚਨ ਕੀ ਪੁੱਛਿਆ ਇਹਨਾਂ ਨੇ ਸਾਨੂੰ ਇਨ FCC cell and atom at the face ਵਾਲਾ ਪੁੱਛਿਆ, ਤਾਂ ਫੇਸ ਦਾ ਆਨਸਰ ਕਿੰਨਾ ਆ ਜਾਏਗਾ ਦੈਟ ਇਜ਼ D 1/2 ਪਾਰਟ। The inter-ionic distance for cesium chloride crystal will be। ਸੋ ਇੰਟਰ ਜੋ ਇਹਨਾਂ ਨੇ ਪੁੱਛਿਆ ਕਿ ਜੋ cesium chloride ਹੁੰਦਾ ਦੈਟ ਇਜ਼ CSCl। ਓਕੇ। ਇਹਦੇ ਵਿੱਚ ਜੋ ਇਹਨਾਂ ਦੇ ਆਇਨਸ ਦੇ ਵਿੱਚ ਜੋ ਇੰਟਰਐਟੋਮਿਕ ਜੋ ਡਿਸਟੈਂਸ ਹੁੰਦਾ ਉਹ ਕਿੰਨਾ ਹੁੰਦਾ ਹੈ। ਯੂ ਹੈਵ ਟੂ ਫਾਈਂਡ ਦੈਟ। ਓਕੇ। ਦੇਖੋ ਸਭ ਤੋਂ ਪਹਿਲਾਂ ਜੋ ਇਹ ਹੁੰਦਾ CSCl ਸੀਸ਼ੀਅਮ ਕਲੋਰਾਈਡ, ਇਹ BCC ਇਹਦੀ ਸਟਰਕਚਰ ਅਰੇਂਜਮੈਂਟ ਹੁੰਦੀ ਹੈ, BCC ਦੇ ਵਿੱਚ ਆਉਂਦਾ ਇਹ। ਤਾਂ ਤੁਸੀਂ ਡਿਸਟੈਂਸ ਫਾਈਂਡ ਕਰਨਾ ਹੈ। ਡਿਸਟੈਂਸ ਕੀ ਹੁੰਦਾ ਦੈਟ ਇਜ਼ ਇਕੁਅਲ ਟੂ ਉਹੀ ਆ ਗਿਆ ਨਾ ਅਗੇਨ ਫਸਟ ਕੁਐਸਚਨ ਵਾਂਗੂ ਹਾਫ ਇੰਟੂ what is diagonal length that is √3 into A। ਓਕੇ √3 into A। ਸੋ ਇਹਦਾ ਕਰੈਕਟ ਆਨਸਰ A B ਤਾਂ ਤੁਹਾਨੂੰ ਦਿੱਤੇ ਹੋਏ ਨੇ। ਇਸ ਦੇ ਨੈਕਸਟ ਆਪਸ਼ਨਸ ਦੇਖੋ ਦੈਟ ਇਜ਼ C। So this is our correct answer that is half into diagonal length। ठीक है जी। So next देखो sodium metal crystallizes as a BCC lattice with the cell edge 4.29 angstrom। What is the radius of the sodium atom। Again देखो अगर ਅਸੀਂ sodium atom ਦੀ ਗੱਲ ਕਰੀਏ ਇੱਥੇ ਜੋ ਰੇਡੀਅਸ ਹੁੰਦਾ ਸੋਡੀਅਮ ਦਾ, ਅਗਰ ਅਸੀਂ ਇਹਨੂੰ ਕਿਹੜਾ ਕੰਸੀਡਰ ਕਰ ਰਹੇ ਹਾਂ ਦੈਟ ਇਜ਼ BCC। ਓਕੇ। ਤਾਂ ਫਿਰ ਉਹੀ ਫਾਰਮੂਲਾ ਦੈਟ ਇਜ਼ ਇਕੁਅਲ ਟੂ ਦਾ √3 into A ਰੇਡੀਅਸ ਕੱਢਣ ਦਾ ਫਾਰਮੂਲਾ। ਠੀਕ ਹੈ ਜੀ। ਰੇਡੀਅਸ ਕੱਢਣ ਦਾ ਫਾਰਮੂਲਾ ਹੁੰਦਾ ਦੈਟ ਇਜ਼ ਦਿਸ ਸੋਡੀਅਮ ਦਾ ਰੇਡੀਅਸ ਕੱਢਣ ਦਾ ਫਾਰਮੂਲਾ ਦੈਟ ਇਜ਼ √3A/4। A ਤੁਹਾਨੂੰ ਦਿੱਤਾ ਹੋਇਆ ਪੁੱਟ ਦਾ ਵੈਲਿਊ। ਠੀਕ ਹੈ ਜੀ। A ਤੁਹਾਨੂੰ ਦਿੱਤਾ ਹੋਇਆ ਇਹਦੇ ਵਿੱਚ ਵੈਲਿਊ ਪੁੱਟ ਕਰ ਦਿਓ। ਵੈਲਿਊ ਪੁੱਟ ਕਰਕੇ ਤੁਹਾਡੇ ਕੋਲ ਆਨਸਰ ਆਏਗਾ ਦੈਟ ਇਜ਼ ਇਕੁਅਲ ਟੂ 1.8574 ਐਂਗਸਟ੍ਰੋਮ 'ਚ ਆਨਸਰ ਆਏਗਾ। ਬਟ ਇੱਥੇ ਤੁਹਾਨੂੰ ਸੈਂਟੀਮੀਟਰ 'ਚ ਦਿੱਤਾ ਹੋਇਆ ਤਾਂ ਇੱਥੇ ਆ ਜਾਊਗਾ ਆਨਸਰ ਤੁਹਾਡਾ ਫਸਟ। ਠੀਕ ਹੈ ਜੀ। ਇਹਨੂੰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰ ਸਕਦੇ ਆ। ਨੈਕਸਟ ਕੁਐਸਚਨ ਦੇਖੋ ਫॉर ਐਨ ਆਇਨਿਕ ਕ੍ਰਿਸਟਲ ਆਫ ਦਾ ਟਾਈਪ AB। ਕੋਈ ਆਇਨਿਕ ਕ੍ਰਿਸਟਲ ਹੈ ਉਹਦੀ ਟਾਈਪ ਕਿੱਦਾਂ ਦੀ ਹੈ AB ਟਾਈਪ ਦੇ ਵਿੱਚ ਹੈ। ਉਹਦੀ ਵੈਲਿਊ ਜਿਹੜੀ ਹੈਗੀ ਹੈ ਰੇਡੀਅਸ ਰੇਸ਼ੋ ਇਜ਼ 0.40। ਠੀਕ ਹੈ। ਉਹਦੀ ਰੇਡੀਅਸ ਰੇਸ਼ੋ ਦੀ ਵੈਲਿਊ 0.40 ਹੈ। ਦ ਵੈਲਿਊ ਸੁਜੈਸਟਸ ਦੈਟ ਦ ਕ੍ਰਿਸਟਲ ਸਟਰਕਚਰ ਸ਼ੁੱਡ ਬੀ। ਦੇਖੋ ਤੁਹਾਨੂੰ ਟਾਈਪ ਦੇ ਦਿੱਤੀ ਗਈ ਹੈ।
ठीक है, तुहानूं उहदा रेडियस रेशो दे दिता गया। हुण ओही गल आ गई, तुहानूं रेंज जिहड़ी है लर्न होनी चाहिदी है। ये जो 0.40 है ये किहड़ी रेंज दे अंडर आ रहा है, 0.225 तो लैके 0.414 की रेंज दे विच आंदा है। सो ये किहदी रेंज है, किहदे रेडियस रेशो की रेंज है, ये रेंज हैगी है दैट इज़ टैट्राहेड्रल क्रिस्टल। ठीक है जी, टैट्राहेड्रल दी है। सो इसका आंसर की आ जाऊगा, दैट इज़ बी इज़ द करैक्ट आंसर। नेक्स्ट देखो, पोटाशियम हैज़ अ BCC स्ट्रक्चर विद द नियरेस्ट नेबर डिस्टेंस इज दिस, इट्स अटोमिक वेट इज़ 39, इट्स डेंसिटी जो डेंसिटी यदि तुसी पता करनी है किन्नी होएगी। देखो ये फॉर्मूला तुसी लगा के फाइंड करना है, दैट इज़ किहड़ा फॉर्मूला लगूगा, रो इज़ इक्वल टू, रो मीनस इत्थे डेंसिटी, दैट इज़ Z इंटू M ओवर A दी क्यूब इंटू N नोड। ये कॉमन ही है फॉर्मूला, ये लर्न कर लो इनू चंगी तरह, दैट इज़ दिस। देखो ये की है, सानू सारा कुछ पता है बट ये की प्रॉब्लम हैगी है, ए नहीं पता। ठीक है, सो सब तो पहला तुसी BCC दे विच जो ए दा फॉर्मूला हुंदा है दैट इज़ इक्वल टू 2 इंटू D ओवर रूट 3। सब तो पहला ए कैलकुलेट कर लो, जो ए कैलकुलेट हो जाएगा फिर तुसी इत्थे वैल्यू जिहड़ी हैगी है पुट कर दिओ, इत्थे की आ जाऊगा, दैट इज़ डेंसिटी जिहड़ी हैगी है वो फाइंड हो जाएगी। सो द करैक्ट आंसर जिहड़ा आएगा दैट इज़ 19 दा तुसी मैच कर लिओ, दैट इज़ डी इज़ द करैक्ट आंसर। नैक्सट देखो 20th क्वेश्चन की है, इफ द वैल्यू ऑफ आयनिक रेडियस रेशो दिती हुई है, तो वैल्यू अगेन रेशो दिती हुई है, तो द जोमैट्रिकल अरेंजमेंट किस दा मतलब कि जोमैट्रिकल अरेंजमेंट है, टैट्राहेड्रल, प्लेनर, ऑक्टाहेड्रल, पिरामिडल। तुसी देखो ये की है, कहते द वैल्यू ऑफ रेंज तुहानूं दिती हुई है 0.52 जो कि रेंज दे विच आंदी है 0.414 तो लैके 0.732 की रेंज दे विच आंदी है। बई ये की रेंज हुंदी है, जिवें उपर टैट्राहेड्रल की रेंज दसी सी, ये रेंज हुंदी है ऑक्टाहेड्रल की। क्लीयर, दिस इज़ रेंज ऑफ ऑक्टाहेड्रल। सो इसका करैक्ट आंसर की आ जाऊगा, दैट इज़ सी। सो ये तुहाडे क्वेश्चन सीगे, ठीक है जी, रिलेटेड टू सॉलिड स्टेट टॉपिक एंड डे 4। ठीक है जी, जेकर तुहानूं वीडियो पसंद आई होवे तो लाइक करो, शेयर करो, कमेंट करो, ठीक है, सबसक्राइब करो चैनल नूं। ठीक है जी, नैक्सट वीडियो लैके कल आवांगे, अगला पार्ट जिहड़ा होऊगा। ठीक है जी, पार्ट नंबर 5। ओके, 2 डेज़ दे विच सॉलिड स्टेट चैप्टर जिहड़ा तुहाडा कंप्लीट हो जाएगा बिल्कुल। ओके जी, फिर उस तो बाद नैक्सट चैप्टर की तैयारी करांगे। ओके जी, गुड लक, गुड लक, गुड लक।